नमस्कार भी साਰਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਆਪਣੀ ਹਿਸਟਰੀ ਦੀ ਕਲਾਸ ਚੱਲ ਰਹੀ ਹੈ। ਆਪਣੀ ਹਿਸਟਰੀ ਦੇ ਪਹਿਲਾਂ 60 ਲੈਕਚਰ ਕੰਪਲੀਟ ਹੋ ਚੁੱਕੇ ਹੈ। ਅੱਜ ਲੈਕਚਰ ਨੰਬਰ 61 ਹੈ। ਆਪਾਂ ਪੜ੍ਹ ਰਹੇ ਸੀ ਵਾਇਸਰਾਏ ਆਫ ਇੰਡੀਆ। ਤਾਂ ਆਪਾਂ ਪਿਛਲੇ ਲੈਕਚਰ 'ਚ 60 ਦੇ ਵਿੱਚ ਖਤਮ ਕੀਤਾ ਸੀ ਵਾਇਸਰਾਏ ਆਫ ਇੰਡੀਆ ਜਿਹੜਾ ਸੀਗਾ ਲਾਰਡ ਡਫਰਿਨ ਤੇ। ਤਾਂ ਲਾਰਡ ਡਫਰਿਨ ਤੋਂ ਬਾਅਦ ਅੱਜ ਲੈਕਚਰ ਅੱਗੇ ਚਲਾਉਂਦੇ ਹਾਂ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਲੈਕਚਰ ਸ਼ੁਰੂ ਕਰਦਾ ਹਾਂ। ਹੈਡਿੰਗ ਲਿਖਦੇ ਹਾਂ ਵਾਇਸਰਾਇਜ਼ ਆਫ ਇੰਡੀਆ। ਠੀਕ ਹੈ ਬਈ। ਤਾਂ ਜੋ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਤਾਂ ਪਲੀਜ਼ शुरू तो लैक्चर देखने पैणगे, फिर तुहानूं हिस्ट्री कवर हो जाएगी, विचों समझ नहीं आए। ठीक है, पिछले लैक्चर जरूर देखियो। तो वाइसरायज ऑफ इंडिया, इंडिया के वाइसराय बारे पढ़ रहे थे। ये कौन सी अंग्रेज से बई जिन्होंने कब्जा किया इंडिया ते। ठीक है, उन्होंने नाम दिता होया वाइसराय। पहला बंगाल सीगा, फिर इंडिया हो गया, हुण वाइसराय। तो अज आपां गल करनी है जिहड़ा सीगा लॉर्ड लैंसडाउन बई, जिहदा टाइम पीरियड सी 1888 तो लेके 1894 तक लॉर्ड लैंसडाउन का। ठीक है भाई, ये कहना प्लीज वीडियो ना जे पसंद आए प्लीज लाइक जरूर करें करो। ठीक है भाई। उस तो बाद भाई लॉर्ड लैंसडाउन है, लैंसडाउन का टाइम पीरियड सी 1888 तो लेके 1894 तक। ठीक है, ये टाइम ते की कुछ होया। सब तो पहले तो 1891 फैक्ट्री एक्ट आया। फैक्ट्री एक्ट बई, फैक्ट्री एक्ट की सीगा? एक फैक्ट्री एक्ट आया सीगा लॉर्ड रिपन के टाइम च, एक फैक्ट्री एक्ट आया लैंसडाउन के टाइम च। ਉਹਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਸੀ? ਉਹਦੇ ਵਿੱਚ ਕਿਹਾ ਗਿਆ ਸੀ ਵੀ 11 ਸਾਲ ਤੋਂ ਜਿਹੜੇ ਘੱਟ ਛੋਟੇ ਬੱਚੇ ਆ ਉਹ ਕੰਮ ਨਹੀਂ ਕਰ ਸਕਦੇ। ਮਤਲਬ 11 ਸਾਲ ਤੋਂ ਛੋਟੇ ਬੱਚੇ ਕੰਮ ਨਹੀਂ ਕਰਨਗੇ ਤੇ ਉਹਨਾਂ ਤੋਂ 11 ਘੰਟੇ ਤੋਂ ਵੱਧ ਕੰਮ ਨਹੀਂ ਲਿੱਤਾ ਜਾਏਗਾ। ਉਹ ਆਪਾਂ ਪਿਛਲੇ 'ਚ ਪੜ੍ਹਿਆ ਹੋਇਆ। ਇਹਦੇ ਵਿੱਚ ਕਿਹਾ ਗਿਆ ਸੀ ਫੈਕਟਰੀ ਐਕਟ 'ਚ ਬਈ ਜਿਹੜੀ ਮਹਿਲਾਵਾਂ ਹੋਣਗੀਆਂ ਉਹ 11 ਘੰਟੇ ਤੋਂ ਵੱਧ ਕੰਮ ਨਹੀਂ ਕਰਨਗੀਆਂ। ਬਈ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਜੋ ਆਪਣੀ ਲੇਡੀਜ਼ ਹੁੰਦੀਆਂ ਸੀਗੀਆਂ ਇਹਨਾਂ ਤੋਂ ਸਾਰਾ ਦਿਨ 20 ਘੰਟੇ ਕੰਮ ਕਰਾਈ ਜਾਣਾ, ਸਿਰਫ ਖਾਣ ਨੂੰ ਕੀ ਦੇਣਾ, ਰੋਟੀ। ਅੰਗਰੇਜ਼ ਐਂ ਕਰਦੇ ਸੀ ਵੀ ਅੰਗਰੇਜ਼ਾਂ ਨੇ ਐਵੇਂ ਕੰਮ ਚਲਾਇਆ ਆਪਦੇ, ਆਪਣੇ ਤੋਂ 20 ਘੰਟੇ ਕੰਮ ਕਰਾਉਂਦੇ ਰਹਿਣਾ, ਸਿਰਫ ਰੋਟੀ ਖਾਣ ਨੂੰ ਦੇਣਾ, ਫਿਰ ਕੰਮ ਤੇ ਲਵਾ ਦੇਣਾ। ਪਰ ਇਹ ਬੰਦਾ ਬਹੁਤ ਵਧੀਆ ਸੀ ਲॉर्ड लैंसडाउन। ਇਹਨਾਂ ਨੂੰ ਪਤਾ ਵੀ ਜੇ ਜ਼ਿਆਦਾ ਕੰਮ ਕਰਾਂਗੇ ਤਾਂ ਬਹੁਤ ਜ਼ਿਆਦਾ ਮਾਤਰਾ 'ਚ ਕਰਾਂਗੇ ਤਾਂ ਸਰੀਰ ਖਰਾਬ ਹੋਊਗਾ, ਇਸ ਲਈ ਇਹਨੇ ਸਮਾਂ ਨਿਰਧਾਰਿਤ ਕੀਤਾ ਵੀ 11 ਘੰਟੇ ਤੋਂ ਵੱਧ ਕਿਸੇ ਵੀ ਵੂਮਨ ਤੋਂ ਜ਼ਿਆਦਾ ਕੰਮ ਨਹੀਂ ਲੈਣਾ। ਉਹਨੂੰ ਕਹਿੰਦੇ फैक्ट्री एक्ट। ठीक है भाई, मतलब ये इंडिया के पक्ष ने वधिया सीगा। उस तो बाद 1892 ठीक है किहड़ा आया काउंसल, इंडियन काउंसिल एक्ट। तो 1892 आया इंडियन काउंसिल एक्ट, इंडियन काउंसिल एक्ट। ठीक है भाई, इंडियन काउंसिल एक्ट आया बई। ये तहत की सीगा इंडियन काउंसिल एक्ट के तहत बई अपना ना एक इंडियन काउंसिल एक्ट आया सी 1861 च, ये आया 1892 च। दोवां च फर्क समझियो। ਵਿੱਚ ਨਾ ਕਾਂਗਰਸ ਬਣ ਚੁੱਕੀ ਹੈ। ਆਪਣੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ? 28 ਦਸੰਬਰ 1885 'ਚ। ਗੱਲ ਕਲੀਅਰ। ਆਪਾਂ ਕਾਂਗਰਸ ਬਾਰੇ ਪੜ੍ਹਿਆ ਹੋਇਆ ਤੇ ਅੱਗੇ ਜਾ ਕੇ ਮੈਂ ਹੋਰ ਜ਼ਿਆਦਾ ਦੱਸੂਗਾ, ਉਹਦੇ ਵਿਸਥਾਰ 'ਚ ਦੱਸੂਗਾ। ਕਾਂਗਰਸ ਬਣ ਚੁੱਕੀ ਹੈ। ਕਾਂਗਰਸ ਚਾਹੁੰਦੀ ਸੀ ਬਈ ਜਿਹੜੇ ਵਾਇਸਰਾਏ ਹੈ ਇਹ ਆਪਣੇ ਸੰਸਦ 'ਚ ਕੁਝ ਸੁਧਾਰ ਕਰਨ, ਕਿਉਂਕਿ ਪਾਵਰਾਂ ਕਿਹਨਾਂ ਦਿੱਤਾ ਸੀ? ਵਾਇਸਰਾਏ ਨੂੰ। ਦਾ ਵਾਇਸਰਾਏ ਆਪਦੀ ਮਰਜ਼ੀ ਕਰਦੇ ਸੀਗੇ, ਇਸ ਲਈ ਆਪਣੀ ਇੰਡੀਆ ਦੀ ਪਾਰਟੀ ਬਣੀ ਇੱਕ ਇੰਡੀਅਨ ਕਾਊਂਸਲ ਐਕਟ ਦੇ ਨਾਂ ਤੇ ਚਲਾਇਆ ਗਿਆ। ਕਾਂਗਰਸ ਦੇ ਅੰਡਰ ਸੀ ਇਹ। ਤਾਂ ਇਹਨਾਂ ਨੇ ਕਿਹਾ ਬਈ ਕੁਝ ਚੇਂਜ ਕਰੋ। ਕਿਹਦੇ ਵਿੱਚ ਚੇਂਜ ਕਰੋ? ਸੰਸਦ ਦੇ ਵਿੱਚ ਚੇਂਜ ਕਰਨਾ ਪਊਗਾ। ਤਾਂ ਇਸ ਲਈ ਤਾਂ ਕਿ ਸਾਡਾ ਵੀ ਪੱਖ ਹੋਵੇ, ਇੰਡੀਅਨ ਵਾਲੇ ਦਾ ਵੀ ਪੱਖ ਹੋਵੇ, ਤਾਂ ਇਹ ਇੰਡੀਆ ਦੁਆਰਾ ਬਣਾਈ ਗਈ ਸੀ। ਤੁਸੀਂ ਸਿਰਫ ਇੰਨੀ ਕੁ ਗੱਲ ਧਿਆਨ 'ਚ ਰੱਖਣੀ ਹੈ, ਇਹ ਕਮੇਟੀ ਕਿਹਨਾਂ ਦੀ ਸੀ? ਇੰਡੀਅਨ ਦੀ ਸੀਗੀ। ਇੰਡੀਅਨ ਨੇ ਕਿਹਾ ਸੀਗਾ ਸੰਸਦ ਦੇ ਵਿੱਚ ਬਈ ਸਾਨੂੰ ਜਿਹੜੇ ਸੁਝਾਅ ਹੈ ਵੀ ਉਹਦੇ ਇਹਨਾਂ ਦੇ ਕੀ ਸੁਝਾਅ ਸੀਗੇ ਬਈ ਸਾਨੂੰ ਇੰਡੀਅਨ ਨੂੰ ਮੂਹਰੇ ਰੱਖੋ, ਸਾਨੂੰ ਥੋੜ੍ਹੀ ਜਿਹੀ ਸਹੂਲਤਾਂ ਦਿਓ। ਥੋੜ੍ਹਾ ਜਿਹਾ ਇੰਡੀਆ ਵਾਲੇ ਆਪਦੇ ਬਾਰੇ ਸੋਚਣਗੇ ਤੇ ਵਾਇਸਰਾਏ ਸੀ ਉਹ ਦਬਾ ਕੇ ਰੱਖਦੇ ਸੀ ਆਪਾਂ ਨੂੰ। ਤਾਂ ਇਹ ਗੱਲ ਸੀਗੀ ਇੰਡੀਅਨ ਕਾਊਂਸਲ ਐਕਟ 'ਚ। ਆਈ ਹੋਪ ਸਮਝ ਆ ਗਈ ਹੋਊਗੀ। ਇੰਡੀਅਨ ਕਾਊਂਸਲ ਐਕਟ 'ਤੇ ਮੈਂ ਇੱਕ ਅਲੱਗ ਤੋਂ ਲੈਕਚਰ ਦਊਂਗਾ, ਜਿਹੜਾ ਕਾਰਡ 'ਚ ਹੋਇਆ ਸੀ 92 'ਚ ਹੋਇਆ ਸੀ, ਉਹ ਤੁਹਾਨੂੰ ਬਹੁਤ ਵਿਸਤਾਰ ਨਾਲ ਦੱਸੂਗਾ। ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ 1891 'ਚ ਇੱਕ ਹੋਰ ਕੰਮ ਹੋਇਆ ਸੀ ਬਈ, ਏਜ ਆਫ ਕੰਸੈਂਟ ਐਕਟ। ਏਜ ਆਫ ਕੰਸੈਂਟ, ਠੀਕ ਹੈ ਬਈ, ਏਜ ਆਫ ਕੰਸੈਂਟ। ਇਹ ਕੀ ਹੋਇਆ ਸੀਗਾ? ਇਹਦੇ ਵਿੱਚ ਨਾ ਇੱਕ ਏਜ ਨਿਰਧਾਰਿਤ ਕੀਤੀ ਸੀ 12 ਸਾਲ। ਧਿਆਨ ਨਾਲ ਸੁਣਿਓ, 12 ਈਅਰ। ਵੀ ਆਪਣੇ ਵਾਲੇ ਨਾ ਪਹਿਲਾਂ ਥੋੜ੍ਹੇ ਜਿਹੇ ਨਾ, ਮਤਲਬ ਕਹਿਣਾ ਨਹੀਂ ਚਾਹੀਦਾ, ਪਰ ਆਪਣੇ ਨਾ ਪਹਿਲਾਂ ਥੋੜ੍ਹੇ ਜਿਹੇ ਪੜ੍ਹਾਈ ਲਿਖਾਈ 'ਚ ਬਹੁਤ ਘੱਟ ਸੀਗੇ। ਮਤਲਬ ਜੋ ਆਪਣੀ ਪੂਰਵਜ ਸੀਗੇ ਉਹ ਨਾ ਵਿਆਹ ਬਹੁਤ ਜਲਦੀ ਕਰ ਦਿੰਦੇ ਸੀ। ਆਪਣੇ ਜਿਹੜੇ ਤੁਸੀਂ ਦੇਖੋ ਆਪਣੇ ਜਿਹੜੇ ਦਾਦੇ ਪੜਦਾਦੇ ਸੀਗੇ ਉਹਨਾਂ ਦੀ ਵਿਆਹ 10 ਸਾਲ 12 ਸਾਲ 13 ਸਾਲ 14 ਸਾਲ ਦੀ ਉਮਰ 'ਚ ਹੋ ਜਾਂਦਾ ਸੀ। ਗੱਲ ਕਲੀਅਰ ਨਾ, ਇਹਨਾਂ ਦੀ ਉਮਰ 'ਚ ਹੋ ਜਾਂਦਾ ਸੀ। ਪਰ ਇਹ ਇੱਕ ਐਕਟ ਲੈ ਕੇ ਆਇਆ ਬਈ। ਐਕਟ ਕੀ ਲਿਆਇਆ ਬਈ? ਉਸ ਟਾਈਮ 'ਤੇ ਇਹਨੇ ਐਕਟ ਪਾਸ ਕੀਤਾ, ਕਿਉਂਕਿ ਨਾ ਇਸ ਤੋਂ ਪਹਿਲਾਂ ਨਾ ਜਿਹੜੀ ਛੋਟੀਆਂ ਕੁੜੀਆਂ ਸੀ ਉਹਨਾਂ ਦੇ 8 ਸਾਲ 'ਚ ਹੀ ਵਿਆਹ ਹੋ ਰਹੇ ਸੀ। 8 ਸਾਲ 'ਚ 10 ਸਾਲ 'ਚ ਇੰਨੇ 'ਚ ਵਿਆਹ ਹੋ ਰਹੇ ਸੀ। ਤੇ ਇੰਨੇ 'ਚ ਤਾਂ ਕੋਈ ਵੀ ਕੁੜੀ ਹੈ ਜਾਂ ਕੋਈ ਵੀ ਲੜਕਾ ਹੈਗਾ ਉਹ ਮੈਚੋਰ ਹੋਇਆ ਨਹੀਂ ਹੁੰਦਾ। ਤੇ ਇਹ ਬਹੁਤ ਸਾਰਾ ਗਲਤ ਸੀ ਉਸ ਟਾਈਮ 'ਤੇ, ਇਸ ਲਈ ਇਹਨੇ ਰੋਕ ਲਗਾਈ। ਅਗਰ ਕੋਈ 12 ਸਾਲ ਤੋਂ ਘੱਟ ਵਿਆਹ
ਕਰਦਾ ਪਕੜਿਆ ਗਿਆ ਤਾਂ ਉਹਨੂੰ ਐਜ਼ ਸਜ਼ਾ ਹੈ, ਉਹ ਕਾਨੂੰਨੀ ਅਪਰਾਧ ਹੋਏਗਾ। ਉਹ ਕਿਹਨੇ ਚਲਾਇਆ? ਤਾਂ ਲਾਰਡ ਲੈਂਸਡਾਊਨ ਨੇ। ਮਤਲਬ ਇਹ ਵੀ ਵਧੀਆ ਸੀ ਆਪਣੇ ਲਈ, ਤਾਂ ਏਜ ਆਫ ਕੰਸੈਂਟ ਵੀ ਵਧੀਆ ਸੀ ਆਪਣੇ ਲਈ, ਤਾਂ ਫੈਕਟਰੀ ਐਕਟ ਵੀ ਵਧੀਆ ਸੀ। ਇਹ ਇੰਡੀਆ ਦੇ ਪੱਖ 'ਚ ਚੰਗਾ ਹੀ ਆਇਆ। ਗੱਲ ਕਲੀਅਰ ਹੋ ਗਈ ਨਾ। ਤਾਂ ਇਹਨੇ ਬਈ 12 ਸਾਲ ਤੋਂ ਘੱਟ ਅਗਰ ਕੋਈ ਮੈਰਿਜ ਕਰਦਾ ਗਰਲਸ ਵਾਸਤੇ ਇਹ, ਤਾਂ 12 ਸਾਲ ਤੋਂ ਘੱਟ ਹੋਇਆ ਤਾਂ ਉਹਨੂੰ ਐਜ਼ ਸਜ਼ਾ ਦਿੱਤੀ ਜਾਏਗੀ। ਤਾਂ ਇਹਨੇ ਰੋਕ ਲਗਾਤੀ 12 ਸਾਲ ਤੋਂ ਘੱਟ, ਬਿਲੋ ਦਾ 12 ਈਅਰ। ਠੀਕ ਹੈ, ਸਮਝ ਗਏ। ਉਸ ਤੋਂ ਬਾਅਦ ਕੀ ਆਇਆ 1893 'ਚ। 1893 'ਚ ਦੁਰੰਦ ਲਾਈਨ ਕਮਿਸ਼ਨ ਆਇਆ। ਦੁਰੰਦ ਲਾਈਨ ਕਮਿਸ਼ਨ, ਠੀਕ ਹੈ ਬਈ। ਦੁਰੰਦ ਲਾਈਨ ਕਮਿਸ਼ਨ ਕਦੋਂ ਆਇਆ? 1893 'ਚ। ਬਈ ਇਹ ਕਿਹਦੇ ਵਿਚਕਾਰ ਹੋਈ? ਇੰਡੀਆ ਐਂਡ ਅਫਗਾਨਿਸਤਾਨ ਦੇ ਵਿਚਕਾਰ ਜਿਹੜੀ ਬਾਉਂਡਰੀ ਲਾਈਨ ਹੈ, ਅਫਗਾਨਿਸਤਾਨ ਦੇ ਵਿਚਕਾਰ ਜਿਹੜੀ ਬਾਉਂਡਰੀ ਲਾਈਨ ਹੈ, ਠੀਕ ਹੈ ਬਈ। ਇੰਡੀਆ ਐਂਡ ਅਫਗਾਨਿਸਤਾਨ ਦੇ ਵਿੱਚ ਜਿਹੜੀ ਬਾਉਂਡਰੀ ਲਾਈਨ ਹੈਗੀ ਹੈ, ਤਾਂ ਉਹਨੂੰ ਬੋਲਿਆ ਜਾਂਦਾ ਕਿਹੜੀ ਲਾਈਨ ਬੋਲਿਆ ਜਾਂਦਾ? ਦੁਰੰਦ ਲਾਈਨ। ਇਹ ਉਸ ਟਾਈਮ ਤੇ ਖਿੱਚੀ ਗਈ ਸੀ ਬਈ, ਪਰ ਇਹ ਨਾ ਅੱਜ ਕੱਲ ਇਹ ਜਿਹੜੀ ਮਤਲਬ ਇਹ ਦੁਰੰਦ ਲਾਈਨ ਹੈ ਨਾ, ਇਹ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਹੋ ਗਈ। ਜਦੋਂ ਆਪਾਂ ਜੰਮੂ ਕਸ਼ਮੀਰ ਵਾਲੀ ਸਾਈਡ ਜਾਂਦੇ ਹਾਂ ਨਾ, ਉੱਥੇ ਸਿਰਫ 1.6 ਕਿਲੋਮੀਟਰ ਲੱਗਦੀ, ਉਹ ਪਾਕਿਸਤਾਨ ਦਾ ਦਾਇਰਾ ਆ ਜਾਂਦਾ ਹੈ। ਗੱਲ ਕਲੀਅਰ ਹੈ। ਪਰ ਉਸ ਟਾਈਮ ਕੋਈ ਪਾਕਿਸਤਾਨ ਨਹੀਂ ਸੀ, ਸਿਰਫ ਭਾਰਤ ਸੀ। ਭਾਰਤ ਗੱਲ ਥੋੜੇ ਧਿਆਨ ਨਾਲ ਸਮਝਿਓ, ਸਾਰਾ ਭਾਰਤ ਸੀਗਾ ਉਸ ਟਾਈਮ, ਕੋਈ ਪਾਕਿਸਤਾਨ ਨਹੀਂ ਬਣਿਆ। ਤਾਂ ਉਹ ਲਾਈਨ ਖਿੱਚੀ ਗਈ ਸੀ। ਇੱਥੇ ਇੰਡੀਆ ਦੀ ਥਾਂ ਤੇ ਅਗਰ ਮੈਂ ਭਾਰਤ ਲਿਖਾਂ ਤਾਂ ਬਹੁਤ ਵਧੀਆ ਹੋਏਗਾ, ਤਾਂ ਆਪਾਂ ਕਹਾਂਗੇ ਭਾਰਤ ਐਂਡ ਅਫਗਾਨਿਸਤਾਨ। ਗੱਲ ਕਲੀਅਰ ਹੋ ਗਈ। ਪਰ ਆਪਾਂ ਇੰਡੀਆ 'ਚ ਰਹਿੰਦੇ ਤਾਂ ਆਪਾਂ ਇੰਡੀਆ ਹੀ ਬੋਲਾਂਗੇ, ਕਿਉਂਕਿ ਆਪਾਂ ਇੰਡੀਆ ਦੇ ਨਾਲ ਹੈ। ਤਾਂ ਇਸ ਲਈ ਤਾਂ ਇੰਡੀਆ ਐਂਡ ਪਾਕਿਸਤਾਨ ਦੇ ਵਿੱਚ ਜਿਹੜੀ ਲਾਈਨ ਖਿੱਚੀ ਗਈ ਦੁਰੰਦ ਲਾਈਨ, ਉਹ ਕਦੋਂ ਖਿੱਚੀ ਗਈ? ਜਿਵੇਂ ਚਾਈਨਾ ਦੀ ਲਾਈਨ ਨੂੰ ਕੀ ਬੋਲਦੇ? ਮੈਕਮੋਹਨ ਲਾਈਨ, ਤੇ ਪਾਕਿਸਤਾਨ ਦੀ ਨੂੰ ਬੋਲਦੇ ਰੈੱਡ ਕਲੀਫ। ਸਮਝ ਗਏ ਨਾ? ਇਹ ਸਾਰੀਆਂ ਲਾਈਨਾਂ ਦਾ ਨਾਮ ਦਿੱਤਾ ਹੋਇਆ, ਠੀਕ ਹੈ। ਉਸ ਤੋਂ ਬਾਅਦ ਆ ਦੁਰੰਦ ਲਾਈਨ ਇਹਦੇ ਟਾਈਮ 'ਚ ਆਇਆ। ਆ 4 ਕੰਮ ਹੋਏ ਸੀ, 4 ਮੇਨ ਸੀਗੇ। ਇਹ ਆਪਾਂ ਨੂੰ ਸਾਰੇ ਧਿਆਨ ਰੱਖਣੇ ਪੈਣਗੇ। ਫੈਕਟਰੀ ਐਕਟ, ਇੰਡੀਅਨ ਕਾਉਂਸਲ ਐਕਟ, ਏਜ ਆਫ ਕੰਸੈਂਟ ਐਕਟ, ਤੇ ਚੌਥਾ ਆ ਗਿਆ ਆਪਣੇ ਕੋਲੇ ਦੁਰੰਦ ਲਾਈਨ ਕਮਿਸ਼ਨ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਇਹਨੂੰ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ ਆ ਗਿਆ ਸੀ ਲਾਰਡ ਐਲਗਿਨ 2। ਲਾਰਡ ਐਲਗਿਨ 2 ਦਾ ਟਾਈਮ ਪੀਰੀਅਡ ਸੀਗਾ 1894 ਤੋਂ ਲੈ ਕੇ 99 ਤੱਕ। 1894 ਤੋਂ ਲੈ ਕੇ 99 ਤੱਕ ਲਾਰਡ ਐਲਗਿਨ 1 ਆਪਾਂ ਪੜ੍ਹ ਚੁੱਕੇ ਹਾਂ, ਜਿਹਦਾ ਟਾਈਮ ਪੀਰੀਅਡ ਸੀ 63 ਤੋਂ ਲੈ ਕੇ 62 ਤੋਂ ਲੈ ਕੇ 63 ਤੱਕ। 62 ਤੋਂ ਲੈ ਕੇ 63 ਤੱਕ ਉਹ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ ਬਈ। ਤਾਂ ਪਹਿਲਾਂ ਐਲਗਿਨ ਪੜ੍ਹ ਚੁੱਕੇ ਹਾਂ। ਹੁਣ ਦੂਜਾ ਆਇਆ। ਇਹਦੇ ਟਾਈਮ ਤੇ ਕੀ ਹੋਇਆ? ਇਹਦੇ ਟਾਈਮ ਤੇ ਸੰਥਾਲ ਅਪਰਾਈਜ਼ਿੰਗ। ਬਈ ਇੱਕ ਵਿਦਰੋਹ ਹੋਇਆ ਕਿਹਨਾਂ ਦਾ? ਸੰਥਾਲ ਕੌਣ ਹੈ? ਇਹ ਇੱਕ ਟ੍ਰਾਈਬ ਹੈ, ਜਨਜਾਤੀ ਹੈ। ਸੰਥਾਲ ਹੋ ਗਿਆ, ਤੇ ਇੱਕ ਹੋਰ ਹੈ ਮੁੰਡਾ। ਤੁਸੀਂ ਜ਼ਰੂਰ ਸੁਣਿਆ ਹੋਵੇਗਾ ਮੁੰਡਾ, ਠੀਕ ਹੈ। ਬਿਰਸਾ ਮੁੰਡਾ, ਜਿਹੜਾ ਜਿਹਨੂੰ ਬਿਲੋਂਗ ਕਿਹਦੇ ਕਰਦੇ? ਬਿਰਸਾ ਮੁੰਡਾ। ਗੱਲ ਕਲੀਅਰ ਹੋ ਗਈ ਨਾ। ਤਾਂ ਇਹ ਬਿਰਸਾ ਮੁੰਡਾ, ਜਿਹਨਾਂ ਦੀ ਮੁੰਡਾ ਟ੍ਰਾਈਬ ਬੋਲਾਂਗੇ ਆਪਾਂ, ਮੁੰਡਾ ਟ੍ਰਾਈਬ, ਠੀਕ ਹੈ ਵੀ। ਮੁੰਡਾ ਅਪਰਾਈਜ਼ਿੰਗ। ਬਈ ਅਪਰਾਈਜ਼ਿੰਗ ਦਾ ਮਤਲਬ ਹੋਗਾ ਵਿਦਰੋਹ। ਤਾਂ ਸੰਥਾਲ ਦਾ ਵਿਦਰੋਹ, ਮੁੰਡਾ ਨੇ ਵਿਦਰੋਹ ਕੀਤਾ। ਕਿਹਦੇ ਟਾਈਮ ਤੇ ਵਿਦਰੋਹ ਕੀਤਾ? ਇਹ ਜਨਜਾਤੀਆਂ ਸੀ, ਇਹਨਾਂ ਜਨਜਾਤੀਆਂ ਨੇ ਵਿਦਰੋਹ ਕੀਤਾ। ਕਿਹਦਾ ਵਿਦਰੋਹ ਕੀਤਾ? ਲਾਰਡ ਐਲਗਿਨ ਦਾ ਵਿਦਰੋਹ ਕੀਤਾ। ਪਰ ਐਲਗਿਨ ਕੋਲੇ ਪਾਵਰ ਜ਼ਿਆਦਾ ਸੀਗੀ, ਉਹਨਾਂ ਨੇ ਇਹਨਾਂ ਨੂੰ ਦਬਾ ਲਿਆ। ਗੱਲ ਕਲੀਅਰ ਹੋ ਗਈ ਨਾ? ਕਿਹਨਾਂ ਨੂੰ ਦਬਾ ਲਿਆ? ਸੰਥਾਲ ਤੇ ਮੁੰਡਾ ਵਾਲਿਆਂ ਨੂੰ ਦਬਾ ਲਿਆ। ਗੱਲ ਕਲੀਅਰ ਹੈ। ਇਹ ਟ੍ਰਾਈਬਸ ਕਿੱਥੇ ਪਾਈਆਂ ਜਾਂਦੀਆਂ, ਉਹਦੇ ਬਾਰੇ ਮੈਂ ਬਹੁਤ ਵਿਸਤਾਰ ਨਾਲ ਦੱਸੂਗਾ। ਗੱਲ ਕਲੀਅਰ ਹੈ ਨਾ? ਜਿਵੇਂ ਸੰਥਾਲ ਬਿਹਾਰ ਕੰਨੀ ਮਿਲ ਜਾਂਦੀ ਹੈ, ਮੁੰਡਾ ਜਿਹੜੀ ਹੈਗੀ ਉੜੀਸਾ 'ਚ ਹੈ, ਝਾਰਖੰਡ 'ਚ ਵੀ ਹੈ। ਤਾਂ ਐਂ ਕਰਦੇ ਠੀਕ ਹੈ ਬਈ। ਤਾਂ ਉਹਨਾਂ ਬਾਰੇ ਪੜਾਂਗੇ ਆਪਾਂ। ਤੁਸੀਂ ਸਿਰਫ ਇੰਨੀ ਕੁ ਗੱਲ ਸਮਝਣੀ ਹੈ। ਸੰਥਾਲ ਦਾ ਵਿਦਰੋਹ ਹੋਇਆ ਐਲਗਿਨ ਦੇ ਟਾਈਮ 'ਚ, ਮੁੰਡਾ ਦਾ ਵਿਦਰੋਹ ਹੋਇਆ ਐਲਗਿਨ ਦੇ ਟਾਈਮ 'ਚ। ਇਹਦੇ ਟਾਈਮ 'ਚ ਇੱਕ ਪਲੈਗ ਦੀ ਬਿਮਾਰੀ ਆਈ ਸੀ, ਪਲੈਗ, ਠੀਕ ਹੈ ਬਈ। ਤੁਸੀਂ ਨਾਮ ਜ਼ਰੂਰ ਸੁਣੇਗਾ, ਪਲੈਗ। ਇਹ ਫੈਲੀ ਸੀਗੀ। ਇਹ ਕਿੱਥੇ ਫੈਲੀ ਸੀਗੀ? ਤਾਂ ਇਹ ਫੈਲੀ ਸੀਗੀ ਇਨ ਬੰਬੇ। ਤਾਂ ਉਸ ਟਾਈਮ ਤੇ ਇੱਕ ਬਿਮਾਰੀ ਫੈਲੀ ਸੀਗੀ ਜਿਹਨੂੰ ਪਲੈਗ ਦੀ ਬਿਮਾਰੀ ਕਹਿੰਦੇ ਆ। ਉਸ ਟਾਈਮ ਵਾਇਸਰਾਏ ਕੌਣ ਸੀ? ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਗਿਆ। ਗੱਲ ਕਲੀਅਰ ਹੋ ਗਈ ਨਾ? ਪਲੈਗ ਦੀ ਬਿਮਾਰੀ ਜਦੋਂ ਫੈਲੀ ਸੀ, ਲਾਰਡ ਐਲਗਿਨ ਸੀਗਾ। ਗੱਲ ਕਲੀਅਰ ਹੋ ਗਈ? ਉਸ ਤੋਂ ਬਾਅਦ ਇਹਦੇ ਟਾਈਮ 'ਚ ਇੱਕ ਕਮਿਸ਼ਨ ਵੀ ਆਇਆ ਸੀ, ਲਾਈਆਲ ਕਮਿਸ਼ਨ, ਠੀਕ ਹੈ ਬਈ। ਇਹ ਜ਼ਰੂਰ ਧਿਆਨ 'ਚ ਰੱਖਣਾ। ਇਹ ਕਮਿਸ਼ਨ ਕਿਹਨੂੰ ਨਾਲ ਦੇਖਦੇ ਸੀਗਾ ਬਈ? ਪਹਿਲਾਂ ਕੀ ਸੀਗਾ? ਪਹਿਲਾਂ ਨਾ ਸੋਕਾ ਪੈ ਗਿਆ ਸੀ। ਸੋਕੇ ਦਾ ਮਤਲਬ ਕੀ ਹੋ ਗਿਆ? ਵੀ ਲੋਕਾਂ ਦੀ ਫਸਲਾਂ ਨਹੀਂ ਪੱਕੀਆਂ, ਬਾਰਿਸ਼ ਨਹੀਂ ਹੋਈ, ਤਾਂ ਜਿਹਦੇ ਕਰਕੇ ਬਹੁਤ ਜ਼ਿਆਦਾ ਭੁੱਖਮਰੀ ਆ ਗਈ ਸੀ। ਉਦੋਂ ਇੱਕ ਐਕਟ ਪਾਸ ਕੀਤਾ ਗਿਆ ਇੰਡੀਅਨ ਦੁਆਰਾ, ਬਈ ਇਹਦਾ ਹਜਰਾਨਾ ਆਪਾਂ ਵਾਇਸਰਾਏ ਹਾਰਾ ਤੋਂ ਲਵਾਂਗੇ। ਕਿਹਨਾਂ ਤੋਂ ਲਵਾਂਗੇ? ਲਾਰਡ ਐਲਗਿਨ ਹਾਰਾ ਤੋਂ ਲਵਾਂਗੇ। ਤਾਂ ਉਹਨਾਂ ਨੇ ਇੱਕ ਐਕਟ ਪਾਸ ਕੀਤਾ, ਲਾਇਲ ਕਮਿਸ਼ਨ। ਗੱਲ ਕਲੀਅਰ ਹੋ ਗਈ ਨਾ? ਲਾਇਲ ਕਮਿਸ਼ਨ ਦਾ ਮਤਲਬ ਕੀ ਸੀਗਾ? ਬਈ ਸੋਕਾ ਪੈ ਗਿਆ ਸੀ, ਸੋਕੇ ਦੇ
ਜਿਹੜਾ ਮਤਲਬ ਸੋਕਾ ਜਿਹੜਾ ਪਿਆ ਹੈ ਉਹਦਾ ਹਜਰਾਨਾ ਆਪਾਂ ਕਿਹਨਾਂ ਤੋਂ ਲੈਣਾ, ਇਹਨਾਂ ਤੋਂ ਲਵਾਂਗੇ ਵੀ, ਇਹ ਦੇਣਗੇ। ਪਰ ਇਹਨਾਂ ਨੇ ਕਿਹੜਾ ਦੇਣਾ ਸੀਗਾ, ਇਹਦਾ ਇੱਕ ਰਾਜ ਕਰ ਰਹੇ ਸੀਗੇ ਬਹੁਤ ਤਗੜੇ ਤਰੀਕੇ ਨਾਲ। ਤਾਂ ਇਹ ਕੌਣ ਸੀਗਾ, ਲਾਰਡ ਐਲਗਿਨ। ਲਾਰਡ ਐਲਗਿਨ ਦੇ ਟਾਈਮ 'ਚ ਸੰਥਾਲ ਦਾ ਵਿਦਰੋਹ ਹੋਇਆ, ਮੁੰਡਾ ਦਾ ਵਿਦਰੋਹ ਹੋਇਆ, ਪਲੈਗ ਦੀ ਬਿਮਾਰੀ ਆਈ, ਲਾਇਆਲ ਕਮਿਸ਼ਨ ਆਇਆ, ਗਲਗਲੀ ਹੋ ਗਈ ਨਾ, ਤਾਂ ਇੰਨਾ ਕੁਝ ਹੋਇਆ ਸੀ ਇਹਦੇ ਟਾਈਮ 'ਚ। ਆਈ ਹੋਪ ਤੁਹਾਨੂੰ ਇਹ ਦੋਵੇਂ ਸਮਝ ਆ ਗਏ ਹੋਣਗੇ, ਲਾਰਡ ਲੈਂਸਡਾਊਨ ਤੇ ਡਫਰਿਨ ਕਹਿ ਗਿਆ ਐਲਗਿਨ, ਗਲਗਲੀ ਨਾ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕੁਝ ਸਮਝਣ ਨੂੰ ਮਿਲਦਾ, ਪਲੀਜ਼ ਲਾਈਕ ਜ਼ਰੂਰ ਕਰੋ ਤੇ ਸ਼ੇਅਰ ਕਰੋ। ਇਹੋ ਜਿਹੀ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ। ਸਭ ਨੂੰ ਸਤਿ ਸ਼੍ਰੀ ਅਕਾਲ।